ਅੱਜ ਸੋਮਵਾਰ ਹੈ। ਵਰ੍ਹਾ ਹੈ 2024, ਮਹੀਨਾ ਹੈ ਸਤੰਬਰ ਤੇ ਤਾਰੀਖ ਹੈ 2। ਅੱਜ ਦਾ ਦਿਨ ਇਤਿਹਾਸ ਦੇ ਵਿੱਚ ਗੂੜਾ ਉਕਰਿਆ ਹੋਇਆ ਹੈ। ਇਹ ਦਿਨ ਇਤਿਹਾਸ ਦੇ ਵਿੱਚ ਆਪਣੀ ਇੱਕ ਵਿਲੱਖਣ ਥਾਂ ਰੱਖਦਾ ਹੈ। ਅੱਜ ਦੇ ਹੀ ਦਿਨ 1945 ਨੂੰ ਜਾਪਾਨ ਵੱਲੋਂ ਹਾਰ ਸਵੀਕਾਰ ਕਰ ਲਏ ਜਾਣ ਤੋਂ ਬਾਅਦ 6 ਸਾਲਾਂ ਤੱਕ ਚੱਲਿਆ ਦੂਜਾ ਵਿਸ਼ਵ ਯੁੱਧ ਸਮਾਪਤ ਹੋ ਗਿਆ ਸੀ। ਦੂਜਾ ਵਿਸ਼ਵ ਯੁੱਧ ਇੱਕ ਵਿਸ਼ਵ ਯੁੱਧ ਸੀ ਜੋ 1939 ਤੋਂ 1945 ਤੱਕ ਚੱਲਿਆ ਸੀ। ਇਸ ਯੁੱਧ ਦੇ ਵਿੱਚ ਲਗਭਗ 70 ਦੇਸ਼ਾਂ ਦੀਆਂ ਜ਼ਮੀਨਾਂ, ਸਮੁੰਦਰੀ ਅਤੇ ਹਵਾਈ ਫੌਜਾਂ ਸ਼ਾਮਲ ਸਨ। ਇਸ ਯੁੱਧ ਦੇ ਵਿੱਚ ਸੰਸਾਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ, ਸਹਿਯੋਗੀ ਰਾਸ਼ਟਰ ਅਤੇ ਧੂਰੀ ਰਾਸ਼ਟਰ। ਇਸ ਯੁੱਧ ਦੌਰਾਨ ਕੁੱਲ ਯੁੱਧ ਦੀ ਭਾਵਨਾ ਪ੍ਰਚਲਿਤ ਹੋ ਗਈ ਕਿਉਂਕਿ ਇਸ ਯੁੱਧ ਦੇ ਵਿੱਚ ਸ਼ਾਮਲ ਸਾਰੀਆਂ ਮਹਾਸ਼ਕਤੀਆਂ ਨੇ ਇਸ ਯੁੱਧ ਦੇ ਵਿੱਚ ਆਪਣੀਆਂ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾਵਾਂ ਦਾ ਨਿਵੇਸ਼ ਕੀਤਾ ਸੀ। ਇਸ ਯੁੱਧ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਲਗਭਗ 100 ਮਿਲੀਅਨ ਸੈਨਿਕਾਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਿਹਾਸ ਦੇ ਵਿੱਚ ਸਭ ਤੋਂ ਘਾਤਕ ਯੁੱਧ ਸਾਬਤ ਹੋਇਆ। ਜਾਪਾਨੀ 15 ਅਗਸਤ ਨੂੰ ਬਿਨਾਂ ਸ਼ਰਤ ਸਮਰਪਣ ਦੇ ਲਈ ਸਹਿਮਤ ਹੋ ਗਏ। ਉਹਨਾਂ ਨੇ ਅਧਿਕਾਰਤ ਸਮਰਪਣ ਦਸਤਾਵੇਜ਼ ਤੇ 2 ਸਤੰਬਰ 1945 ਨੂੰ ਦਸਤਖਤ ਕੀਤੇ, ਜਿਸ ਦੇ ਨਾਲ ਯੁੱਧ ਖਤਮ ਹੋ ਗਿਆ। ਅੱਜ ਦੇ ਹੀ ਦਿਨ 43 ਸਾਲ ਪਹਿਲਾਂ ਯਾਨੀ ਕਿ 2 ਸਤੰਬਰ 1969 ਨੂੰ ਅਮਰੀਕਾ ਦੇ ਵਿੱਚ ਦੁਨੀਆ ਦਾ ਪਹਿਲਾ ATM ਲਾਂਚ ਹੋਇਆ ਸੀ, ਜਿਸ ਨੇ ਹਲਚਲ ਮਚਾ ਕੇ ਰੱਖ ਦਿੱਤੀ ਸੀ। ਅਮਰੀਕਾ, ਜਾਪਾਨ, ਸਵੀਡਨ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਵਿੱਚ 1960-70 ਦੇ ਵਿੱਚ ATM ਉੱਤੇ ਕੰਮ ਸ਼ੁਰੂ ਹੋਇਆ ਸੀ, ਪਰ ਪਹਿਲੀ ਮੋਹਰ ਅਮਰੀਕੀ ਮਸ਼ੀਨ ਉੱਤੇ ਲਗਾਈ ਗਈ ਸੀ। ਦੁਨੀਆ ਦੀ ਪਹਿਲੀ ਆਟੋਮੈਟਿਕ ਟੈਲਰ ਮਸ਼ੀਨ ਵੀ ਅਮਰੀਕੀ ਸੋਚ ਦਾ ਹੀ ਨਤੀਜਾ ਸੀ। ਇਹ ATM ਕਾਰਡ ਕੈਮੀਕਲ ਬੈਂਕ ਆਫ ਰੌਕਵਿਲ ਸੈਂਟਰ, ਨਿਊਯਾਰਕ ਦੇ ਵਿੱਚ ਖੋਲ੍ਹਿਆ ਗਿਆ ਸੀ। ਐਡਲੌਸ ਦੀ ਡੌਕਟੈਲ ਕੰਪਨੀ ਦੇ ਵਿੱਚ ਕੰਮ ਕਰਦੇ ਇੱਕ ਕਾਰਜਕਾਰੀ ਡੋਨਾਲਡ ਵੇਟਲਸ ਦੀ ਸੋਚ ਦਾ ਨਤੀਜਾ ਸੀ, ਜਿਸ ਨੇ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਲੰਮੀਆਂ ਲਾਈਨਾਂ ਦੇ ਵਿੱਚ ਘੰਟਿਆਂ ਦੀ ਬਰਬਾਦੀ ਤੋਂ ਤੰਗ ਆ ਕੇ ਕੁਝ ਅਜਿਹਾ ਕਰਨ ਦਾ ਫੈਸਲਾ ਕੀਤਾ, ਜਿਸ ਦੇ ਨਾਲ ਮਸ਼ੀਨ ਰਾਹੀਂ ਪੈਸੇ ਕਢਵਾਏ ਜਾ ਸਕਣ। ਗਾਹਕਾਂ ਅਤੇ ਬੈਂਕਾਂ ਨੇ ਵੇਟਲਸ ਦਾ ਮਜ਼ਾਕ ਉਡਾਇਆ। ਵੇਟਲਸ ਇੱਕ ਅਜਿਹਾ ATM ਬਣਾਉਣ ਬਾਰੇ ਸੋਚ ਰਿਹਾ ਸੀ ਜੋ ਕਾਰਡ ਪੜ੍ਹ ਸਕੇ ਅਤੇ ਪੈਸੇ ਦੇ ਸਕੇ, ਪਰ ਬੈਂਕਾਂ ਨੇ ਉਸ ਦੇ ਪ੍ਰਸਤਾਵ ਦਾ ਮਜ਼ਾਕ ਉਡਾਇਆ। ਉਸ ਸਮੇਂ ਸੌਫਟਵੇਅਰ ਨਾਂ ਦੀ ਕੋਈ ਚੀਜ਼ ਨਹੀਂ ਸੀ ਹੁੰਦੀ। ਅੱਜ ਇਹ ATM ਮਸ਼ੀਨ ਨੈਸ਼ਨਲ ਮਿਊਜ਼ੀਅਮ ਆਫ ਅਮਰੀਕਨ ਹਿਸਟਰੀ ਦੇ ਵਿੱਚ ਰੱਖੀ ਗਈ ਹੈ। ਲਗਭਗ 218 ਸਾਲ ਪਹਿਲਾਂ 2 ਸਤੰਬਰ 1806 ਦੀ ਸਵੇਰ ਸਵਿਸ ਸ਼ਹਿਰ ਗੋਲਡੂ ਲਈ ਡਰਾਉਣੀ ਸਾਬਤ ਹੋਈ ਸੀ। ਹਮੇਸ਼ਾ ਵਾਂਗ 2 ਸਤੰਬਰ ਦੀ ਸਵੇਰ ਸੁਨਹਿਰੀ ਸੀ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸਵਿਟਜ਼ਰਲੈਂਡ ਦੇ ਲਈ ਇੰਨੀ ਭਿਆਨਕ ਸਵੇਰ ਹੋਵੇਗੀ। ਉਸ ਦਿਨ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਸੀ। ਗੋਲਡੂ ਸ਼ਹਿਰ ਦੇ ਨੇੜੇ ਇੱਕ ਬਰਫੀਲਾ ਪਹਾੜ ਰੋਜ਼ਬਰਗ ਸੀ। ਸਵੇਰ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਉਸ ਪਹਾੜ ਦੀਆਂ ਬਰਫ਼ ਦੀਆਂ ਪਰਤਾਂ ਪਿਘਲਣੀਆਂ ਸ਼ੁਰੂ ਹੋ ਗਈਆਂ। ਬਰਫ਼ ਪਿਘਲਣ ਕਾਰਨ ਉਸ ਪਹਾੜ ਉੱਤੇ ਇੱਕ ਵੱਡੀ ਚੱਟਾਨ ਆਪਣੀ ਥਾਂ ਤੋਂ ਹਿੱਲਣ ਲੱਗੀ ਅਤੇ ਕੁਝ ਹੀ ਸਮੇਂ ਦੇ ਵਿੱਚ ਜ਼ਮੀਨ ਖਿਸਕ ਗਈ। ਉਸ ਪਹਾੜ ਦਾ ਇੱਕ ਵੱਡਾ ਹਿੱਸਾ, ਜੋ ਕਿ ਲਗਭਗ 40 ਮਿਲੀਅਨ ਟਨ ਵੱਡਾ ਸੀ, ਉਸਨੇ ਪੂਰੇ ਸਵਿਸ ਸ਼ਹਿਰ ਨੂੰ ਤਬਾਹ ਕਰ ਦਿੱਤਾ। ਇਸ ਲੈਂਡਸਲਾਈਡਿੰਗ ਦੇ ਵਿੱਚ ਕਰੀਬ 500 ਲੋਕਾਂ ਦੀ ਜਾਨ ਚਲੀ ਗਈ ਸੀ। ਲਗਭਗ 111 ਘਰ ਤਬਾਹ ਹੋ ਗਏ, 220 ਖੇਤ ਤਬਾਹ ਹੋ ਗਏ, ਲਗਭਗ 50 ਕਿਲੋਮੀਟਰ ਦੀ ਸਾਰੀ ਜ਼ਮੀਨ ਤਬਾਹ ਹੋ ਗਈ ਸੀ। ਕਹਿ ਸਕਦੇ ਹਾਂ ਕਿ ਸਾਰਾ ਸ਼ਹਿਰ ਹੀ ਬਰਬਾਦ ਹੋ ਗਿਆ ਸੀ। ਫਿਰ ਵੀ ਸਵਿਟਜ਼ਰਲੈਂਡ ਇਸ ਤਬਾਹੀ ਤੋਂ ਉਭਰਿਆ ਅਤੇ ਲਗਭਗ 100 ਸਾਲਾਂ ਦੇ ਅੰਦਰ ਆਮ ਵਾਂਗ ਹੋ ਗਿਆ। ਅੱਜ ਲਗਭਗ 200 ਸਾਲਾਂ ਤੋਂ ਵੱਧ ਸਮੇਂ ਦੇ ਬਾਅਦ ਵੀ ਉਹ ਸ਼ਹਿਰ ਪਹਿਲਾਂ ਵਾਂਗ ਹੀ ਖੂਬਸੂਰਤ ਹੈ, ਪਰ ਅੱਜ ਵੀ ਜਦੋਂ ਲੋਕ 2 ਸਤੰਬਰ ਦੀ ਸਵੇਰ ਨੂੰ ਯਾਦ ਕਰਦੇ ਹਨ ਤਾਂ ਉਹਨਾਂ ਦੀ ਰੂਹ ਕੰਬ ਜਾਂਦੀ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ। USA, ਕੈਨੇਡਾ
ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ, ਲਾਈਵ ਪੰਜਾਬੀ ਟੀਵੀ।